ਮਹਿਸੂਸ ਕਰਨਾ ਮਨ ਦਾ ਵਿਸ਼ਾ ਹੈ। ਕਵੀ ਵੀ ਪਹਿਲਾਂ ਕਵਿਤਾ ਨੂੰ ਮਹਿਸੂਸ ਕਰਦਾ ਹੈ, ਕਲਪਨਾ ਕਰਦਾ ਹੈ, ਵੈਸੇ ਤੁਹਾਨੂੰ ਮਹਿਸੂਸ ਕਰਦਾ ਹੈ। ਚਿੱਤਰਕਾਰ ਵੀ ਪਹਿਲਾਂ ਚਿੱਤਰ ਜੋ ਬਣਾਉਂਦਾ ਹੈ ਬਾਹਰ, ਉਹਨੂੰ ਅੰਦਰ ਮਹਿਸੂਸ ਕਰਦਾ ਹੈ। ਆਹ ਕਲਾਕਾਰ ਵੀ ਜਿਹਦੀ ਨਕਲ ਕਰਨੀ ਹੁੰਦੀ ਹੈ ਨਾ, ਉਹਨੂੰ ਮਹਿਸੂਸ ਕਰਦੇ ਹਨ ਪੂਰਾ ਦਾ ਪੂਰਾ ਹੀ, ਤਾਂ ਹੀ ਬਾਹਰੋਂ ਵੈਸੇ ਦਿਖਦੇ ਹਨ ਨਾ। ਕਿਸੇ ਰਾਜਨੀਤਿਕ ਦੀ ਨਕਲ ਕਰਨੀ ਹੈ ਤੇ ਵੈਸਾ ਮਹਿਸੂਸ ਕਰਦੇ ਹਨ। ਕੋਈ ਚੋਰ ਡਾਕੂ ਦੀ, ਹਥਿਆਰੇ ਦੀ ਨਕਲ ਕਰਨੀ ਹੈ ਤੇ ਵੈਸੇ ਹੀ, ਅਗਰ ਕਿਸੇ ਸਾਧੂ ਪੁਰਸ਼ ਦੀ ਨਕਲ ਕਰਨੀ ਹੈ, ਦੇਖੋ ਸਾਧੂ ਪੁਰਸ਼ ਉਹ ਹੀ ਨਜ਼ਰ ਆਉਂਦੇ ਹਨ। ਵੈਸੇ ਹੀ ਖਿਆਲ ਕਰਦੇ ਹਨ, ਮਹਿਸੂਸ ਵੀ ਕਰਨ ਲੱਗ ਜਾਂਦੇ ਹਨ। ਵੈਸੇ ਪੂਰੇ ਭਾਵ ਦੇ ਵਿੱਚ ਡੁੱਬਦੇ ਹਨ ਤਾਂ ਹੀ ਨਕਲ ਕਰਦੇ ਹਨ ਨਾ। ਤੋ ਤੇ ਜ਼ਿਆਦਾ ਚੰਗੀ ਤਰ੍ਹਾਂ ਸਮਝਦੇ ਹੋਣ ਮਹਿਸੂਸ ਕਰਨ। ਇਹ ਕੁਛ ਕੁ ਜਿਹੜੇ ਉੱਚ ਕੋਟੀ ਦੇ ਕਹਿ ਲਈ ਮਹਾਤਮਾ ਹਨ, ਉਹ ਮਹਿਸੂਸ ਕਰਾਉਂਦੇ ਹਨ। ਅਤੇ ਕਈਆਂ ਨੂੰ ਤਾਂ ਮਹਿਸੂਸ ਵੀ ਨਹੀਂ ਕੁਝ ਹੁੰਦਾ ਹੈ, ਉਹ ਵੀ ਪ੍ਰਚਾਰ ਕਰ ਰਹੇ ਹਨ। ਕੁਝ ਵੀ ਪਤਾ ਨਹੀਂ ਜਿਹਨੂੰ ਉਹ ਵੀ ਦੱਸ ਰਿਹਾ ਹੈ। ਕਮਾਲ ਦੀ ਤਾਂ ਗੱਲ ਇਹ ਹੈ, ਅੱਜ ਹੀ ਇੱਕ ਬਜ਼ੁਰਗ ਜੋੜਾ ਆਇਆ ਸੀ ਅਤੇ ਉਹ ਕਹਿਣ ਲੱਗੇ ਕਿ ਸਾਡਾ ਨੌਜਵਾਨ ਲੜਕਾ ਬਾਹਰ ਰਹਿੰਦਾ ਹੈ ਤੋ ਰੱਬ ਨੂੰ ਬਿਲਕੁਲ ਨਹੀਂ ਮੰਨਦਾ। ਅਸੀਂ ਸਮਝਾਉਂਦੇ ਵੀ ਹਾਂ। ਉਹ ਕਹਿੰਦਾ ਕਿੱਥੇ ਹੈ ਰੱਬ, ਦਿਖਾ ਲਓ ਮੈਨੂੰ। ਕਿਤੇ ਨਹੀਂ ਹੈ ਰੱਬ, ਹੈ ਹੀ ਨਹੀਂ। ਤੋ ਧਰਮ ਨੂੰ ਝੂਠ ਮੰਨਦਾ ਹੈ। ਮੈਂ ਕਿਹਾ ਤੁਸੀਂ ਸਮਝਾਉਂਦੇ ਹੀ ਕਿਉਂ ਹੋ ਵੀ ਰੱਬ ਹੈ, ਤੁਹਾਨੂੰ ਪਤਾ ਹੈ ਰੱਬ ਹੈ। ਕਹਿੰਦੇ ਸਾਨੂੰ ਤਾਂ ਨਹੀਂ ਪਤਾ ਹੈ। ਮੈਂ ਜਿਹਨੂੰ ਪਤਾ ਹੀ ਨਹੀਂ ਫਿਰ ਸਮਝਾਉਂਦੇ ਕਿਉਂ ਹੋ ਰੱਬ ਹੈ। ਦੇਖੋ ਕਮਾਲ ਦੀ ਗੱਲ, ਤੁਸੀਂ ਵੀ ਖਿਆਲ ਕਰੋ। ਅਕਸਰ ਲੋਕ ਰੱਬ ਬਾਰੇ ਸਮਝਾਉਂਦੇ ਹਨ, ਆਪਣੇ ਬੱਚਿਆਂ ਨੂੰ ਵੀ ਦੱਸਦੇ ਹਨ ਰੱਬ ਹੈ, ਪਰ ਸਿਰਫ ਸੁਣਿਆ ਹੋਇਆ ਹੈ ਨਾ, ਪੜ੍ਹਿਆ ਹੋਇਆ ਹੈ। ਕਿਸੇ ਨੇ ਦੱਸ ਦਿੱਤਾ, ਤੁਸੀਂ ਮੰਨ ਲਿਆ ਰੱਬ ਹੈ, ਤੁਹਾਨੂੰ ਪੱਕਾ ਤਾਂ ਨਹੀਂ ਹੈ, ਤੁਸੀਂ ਜਾਣਿਆ ਤਾਂ ਨਹੀਂ ਹੈ ਨਾ, ਸੁਣਿਆ ਹੈ। ਸੁਣੀ ਗੱਲ ਝੂਠ ਵੀ ਹੋ ਸਕਦੀ, ਪਰ ਬਹੁਤ ਸਾਰੇ ਲੋਕ ਕਹਿੰਦੇ ਹਨ, ਅਧਿਆਤਮ ਪੁਰਸ਼ ਕਹਿੰਦੇ ਹਨ, ਜਿਨ੍ਹਾਂ ਨੂੰ ਤੁਸੀਂ ਮੰਨਦੇ ਹੋ ਵੀ ਰੱਬ ਹੈ, ਇਸ ਕਰਕੇ ਤੁਸੀਂ ਮੰਨ ਰਹੇ ਹੋ। ਪਤਾ ਤਾਂ ਤੁਹਾਨੂੰ ਵੀ ਨਹੀਂ, ਧਾਰਮਿਕ ਲੋਕਾਂ ਨੂੰ ਵੀ ਨਹੀਂ ਪਤਾ। ਉਹ ਧਰਮ ਦੀਆਂ ਕਿਤਾਬਾਂ ਦੇ ਵਿੱਚ ਲਿਖਿਆ ਹੋਇਆ ਹੈ, ਧਾਰਮਿਕ ਗ੍ਰੰਥਾਂ 'ਚ ਲਿਖਿਆ ਹੋਇਆ ਹੈ, ਇਸ ਕਰਕੇ ਮੰਨ ਰਹੇ ਹਨ ਵੀ ਰੱਬ ਹੈ ਅਤੇ ਉਹਦੇ ਬਾਰੇ ਦੱਸ ਰਹੇ ਹਨ। ਦੇਖੋ ਕਮਾਲ ਦੀ ਗੱਲ ਤੇ ਮੈਂ ਕਿਹਾ ਨਾ ਤਾਂ ਤੁਸੀਂ ਖੋਜ ਕੀਤੀ ਰੱਬ ਹੈ, ਨਾ ਹੀ ਜਿਹੜਾ ਕਹਿ ਰਿਹਾ ਹੈ ਰੱਬ ਨਹੀਂ ਹੈ ਉਹਨੇ ਖੋਜ ਕੀਤੀ। ਤੁਹਾਡੇ ਲੜਕੇ ਨੇ ਖੋਜ ਥੋੜ੍ਹਾ ਕੀਤੀ ਵੀ ਰੱਬ ਨਹੀਂ ਹੈ।
ਉਹਨੂੰ ਪੁੱਛੋ ਵੀ ਤੂੰ ਰੱਬ ਨਹੀਂ ਹੈ ਕਹਿ ਰਿਹਾ ਹਾਂ, ਤੂੰ ਖੋਜ ਕੀਤੀ ਹੈ? ਵੀ ਨਹੀਂ ਹੈ, ਖੋਜ ਕਰਕੇ ਕਹੋ ਨਾ। ਤੇ ਨਾਸਤਿਕ ਤੇ ਆਸਤਿਕ ਇੱਕੋ ਜਿਹੇ ਹੀ ਹਨ, ਫਰਕ ਕੋਈ ਨਹੀਂ ਹੈ। ਕਿਉਂਕਿ ਨਾਸਤਿਕ ਕਹਿ ਰਿਹਾ ਨਹੀਂ ਹੈ, ਖੋਜ ਉਹਨੇ ਵੀ ਨਹੀਂ ਕੀਤੀ, ਉਹ ਵੀ ਕਿਸੇ ਦੀਆਂ ਗੱਲਾਂ ਮੰਨ ਰਿਹਾ ਹੈ, ਨਾਸਤਿਕਾਂ ਦੀਆਂ ਗੱਲਾਂ ਮੰਨ ਰਿਹਾ ਹੈ। ਨਾਸਤਿਕ ਹੋ ਗਏ, ਨਾਸਤਿਕਾਂ ਨੂੰ ਸੁਣ ਲਿਆ, ਪੜ੍ਹ ਲਿਆ। ਅਤੇ ਜਿਹੜੇ ਆਸਤਿਕ ਹਨ ਉਹਨਾਂ ਨੇ ਆਸਤਿਕਾਂ ਨੂੰ ਪੜ੍ਹ ਲਿਆ, ਸੁਣ ਲਿਆ ਅਤੇ ਕਹਿ ਰਹੇ ਹਨ ਹੈ। ਪਤਾ ਦੋਵਾਂ ਨੂੰ ਵੀ ਨਹੀਂ ਹੈ। ਇੱਦਾਂ ਹੀ ਜਿਨ੍ਹਾਂ ਨੂੰ ਪਤਾ ਨਹੀਂ ਹੈ, ਪੜ੍ਹ ਲਿਆ, ਸੁਣ ਲਿਆ ਕਿਸੇ ਕੋਲੋਂ, ਉਹ ਉਹਦੇ ਬਾਰੇ ਦੱਸ ਰਿਹਾ ਹੈ। ਜਿਹਦੇ ਬਾਰੇ ਪਤਾ ਹੀ ਨਹੀਂ। ਦੇਖੋ ਧਾਰਮਿਕ ਲੋਕ ਦੱਸੀ ਜਾ ਰਹੇ ਹਨ ਰੱਬ ਬਾਰੇ, ਜਿਵੇਂ ਰੱਬ ਨੂੰ ਜਾਣਦੇ, ਫਸੇ ਸੰਸਾਰ 'ਚ ਹਨ, ਗੱਲਾਂ ਕਰਦੇ ਰੱਬ ਦੀ। ਅਤੇ ਰੱਬ ਨੂੰ ਪਾਉਣ ਵਾਸਤੇ ਜਿੰਨੇ ਵੀ ਧਾਰਮਿਕ ਲੋਕ ਉਪਾਅ ਦੱਸ ਰਹੇ ਹਨ, ਸਾਰੇ ਹੀ ਵਿਅਰਥ ਹੋ ਰਹੇ ਹਨ, ਕਿਉਂਕਿ ਉਹਨਾਂ ਨੂੰ ਆਪ ਨੂੰ ਹੀ ਨਹੀਂ ਨਾ ਪਤਾ ਹੈ। ਉਪਾਅ ਵੀ ਪੜ੍ਹ ਲਏ, ਪਰਮਾਤਮਾ ਨੂੰ ਪਾਉਣ ਦੇ ਤਰੀਕੇ ਵੀ ਪੜ੍ਹ ਲਏ, ਸੁਣ ਲਏ, ਪਰਮਾਤਮਾ ਬਾਰੇ ਵੀ ਪੜ੍ਹ ਸੁਣ ਲਿਆ ਅਤੇ ਗਿਆਨੀ ਬਣ ਬੈਠੇ, ਮਹਾਤਮਾ ਬਣ ਬੈਠੇ। ਉਹ ਦੂਜਿਆਂ ਨੂੰ ਦੱਸਦੇ ਹਨ ਵੀ ਨਾਮ ਜਪੋ, ਕੋਈ ਕਹਿੰਦਾ ਸਿਮਰਨ ਕਰੋ, ਕੋਈ ਕਹਿੰਦਾ ਧਿਆਨ ਲਾਓ, ਕੁਛ ਨਾ ਕੁਛ ਕਰੋ, ਕੋਈ ਕਹਿੰਦਾ ਹੈ ਮਹਿਸੂਸ ਹੀ ਕਰੋ। ਬਹੁਤ ਢੰਗ ਦੇ ਨਾਲ ਦੱਸਿਆ ਜਾ ਰਿਹਾ ਹੈ, ਹਜ਼ਾਰਾਂ ਹੀ ਢੰਗ। ਅਤੇ ਜਿਹੜਾ ਕੋਈ ਜ਼ਿਆਦਾ ਪੜ੍ਹਿਆ ਲਿਖਿਆ ਹੈ, ਬੁੱਧੀਜੀਵੀ ਹੈ, ਉਹਦੀਆਂ ਗੱਲਾਂ ਜ਼ਿਆਦੀਆਂ ਸੁਣਦੇ ਹਨ ਲੋਕ, ਜ਼ਿਆਦਾ ਪ੍ਰਭਾਵਿਤ ਹੁੰਦੇ ਹਨ, ਉਹਨੂੰ ਸਮਝਾਉਣ ਦਾ ਤਰੀਕਾ ਜ਼ਿਆਦਾ ਹੈ। ਅਤੇ ਲੋਕ ਸੁਣਦੇ ਹਨ। ਪਰ ਖਿਆਲ ਵਿੱਚ ਇਹ ਰੱਖਣ ਯੋਗ ਹੈ, ਅਜੇ ਆਮ ਸਧਾਰਨਤਾ ਹੈ ਸੰਸਾਰ ਵਿੱਚ ਤੁਸੀਂ ਕੋਈ ਕੰਮ ਨਾ ਜਾਣਦੇ ਹੋ ਅਤੇ ਪੜ੍ਹਿਆ ਹੋਵੇ ਅਤੇ ਸ਼ਾਇਦ ਹੋ ਸਕਦਾ ਹੈ ਕਿਸੇ ਨੂੰ ਤੁਸੀਂ ਦੱਸ ਸਕੋ, ਸੰਭਵ ਹੈ। ਪੜ੍ਹ ਕੇ ਵੀ ਕਈ ਦੇਖ ਕੇ ਵੀ ਸਿੱਖ ਜਾਂਦੇ ਹਨ ਸੰਸਾਰ ਦੇ ਵਿੱਚ। ਪਰ ਐਸਾ ਅਧਿਆਤਮ ਵਿੱਚ ਨਹੀਂ ਹੈ, ਕਿਉਂਕਿ ਅਧਿਆਤਮ ਦੇ ਵਿੱਚ ਉਲਟਾ ਕੰਮ ਹੈ। ਸੰਸਾਰ ਵਿੱਚ ਸਿੱਖਣਾ ਹੈ, ਜਿੰਨਾ ਸਿੱਖੋਗੇ ਓਨਾ ਕਾਮਯਾਬ ਹੋ। ਪਰ ਅਧਿਆਤਮ ਦੇ ਵਿੱਚ ਸਭ ਕੁਝ ਛੱਡਣਾ ਹੈ, ਕਿਉਂਕਿ ਵਾਪਸ ਜਾਣਾ ਹੈ ਨਾ। ਅਤੇ ਫਿਰ ਜਾਣਕਾਰੀ ਤਾਂ ਕੋਈ ਕੰਮ ਆਉਂਦੀ ਨਹੀਂ ਹੈ ਉੱਥੇ। ਅਤੇ ਤੁਸੀਂ ਵੱਧ ਜਾਣ ਲਿਆ ਪਰਮਾਤਮਾ ਬਾਰੇ ਅਤੇ ਪਰਮਾਤਮਾ ਦੇ ਨੇੜੇ ਹੋ ਗਏ। ਤੁਸੀਂ ਉਹ ਸੋਚਦੇ ਹੋ ਜਿਹੜੇ ਵੱਧ ਜਾਣਦੇ ਹਨ ਉਹ ਪਰਮਾਤਮਾ ਦੇ ਨੇੜੇ ਹਨ, ਜਿਹੜੇ ਘੱਟ ਜਾਣਦੇ ਹਨ ਦੂਰ, ਗੱਲਾਂ ਜ਼ਿਆਦੀਆਂ ਕਰ ਲੈਂਦੇ। ਨਹੀਂ, ਐਸਾ ਨਹੀਂ। ਉਹਦੇ ਜਾਣਿਆ ਥੋੜ੍ਹੀ ਜਾਂਦਾ, ਨਾ ਮਹਿਸੂਸ ਕੀਤਾ ਜਾ ਸਕਦਾ, ਨਾ ਉਹ ਸਮਝ ਵਿੱਚ ਆਉਂਦਾ ਹੈ, ਨਾ ਉਹ ਵਿਚਾਰ ਵਿੱਚ ਆਉਂਦਾ ਹੈ। ਕਿਹਾ ਹੀ ਹੈ ਨਾ, ਅਗਮ ਅਗੋਚਰ ਹੈ, ਇੰਦਰੀਆਂ ਦੀ ਪਕੜ 'ਚ ਨਹੀਂ ਆਉਂਦਾ। ਨਾ ਅੱਖਾਂ ਦੇਖ ਸਕਦੀਆਂ, ਨਾ ਕੰਨ ਸੁਣ ਸਕਦੇ, ਨਾ ਬੁੱਧੀ ਸੋਚ ਸਕਦੀ, ਨਾ ਮਨ ਦਾ ਵਿਸ਼ਾ ਹੈ, ਨਾ ਬੁੱਧੀ ਦਾ ਵਿਸ਼ਾ ਹੈ, ਅਗਾਧ ਬੋਧ ਹੈ।
ਤਾਂ ਉਹਨੂੰ ਸਮਝਾਇਆ ਨਹੀਂ ਜਾ ਸਕਦਾ। ਅਗਰ ਕੋਈ ਨਹੀਂ ਮੰਨਦਾ ਹੈ ਪਰਮਾਤਮਾ ਨੂੰ, ਤੇ ਜਿਹੜਾ ਪਰਮ ਪੁਰਖ ਹੈ, ਜਾਣਦਾ ਵੀ ਹੈ, ਉਹ ਵੀ ਨਹੀਂ ਸਮਝਾ ਸਕਦਾ, ਕਿਉਂਕਿ ਬੁੱਧੀ ਦਾ ਵਿਸ਼ਾ ਨਹੀਂ ਹੈ ਨਾ। ਸਮਝਾਇਆ ਨਹੀਂ ਜਾ ਸਕਦਾ। ਜੇ ਕੋਈ ਮੰਨਦਾ ਵੀ ਹੈ ਤਾਂ ਵੀ ਨਹੀਂ ਉਹਨੂੰ ਸਮਝਾਇਆ ਜਾ ਸਕਦਾ। ਤੇ ਲੋਕ ਸਮਝਾ ਰਹੇ ਹਨ ਪਰਮਾਤਮਾ ਹੈ, ਪਰਮਾਤਮਾ ਨਹੀਂ। ਦਰਅਸਲ ਜਿੰਨਾ ਚਿਰ ਸੰਸਾਰ ਹੈ, ਉਨਾ ਚਿਰ ਪਰਮਾਤਮਾ ਨਹੀਂ ਹੈ। ਜਿਵੇਂ ਐਵੇਂ ਸਮਝ ਲਵੋ ਤੁਸੀਂ, ਜਿੰਨਾ ਚਿਰ ਸੁਪਨਾ ਹੈ ਰਾਤ ਦਾ, ਉਨਾ ਚਿਰ ਜਾਗਰਣ ਨਹੀਂ ਹੈ। ਕਿਉਂਕਿ ਜਦੋਂ ਜਾਗਰਣ ਹੋ ਗਿਆ, ਸੁਪਨਾ ਝੂਠ ਹੋ ਜਾਣਾ ਹੈ। ਜਿੰਨਾ ਚਿਰ ਸੰਸਾਰ ਹੈ, ਉਨਾ ਚਿਰ ਪਰਮਾਤਮਾ ਨਹੀਂ। ਜਿੰਨਾ ਚਿਰ ਝੂਠ ਹੈ, ਉਨਾ ਚਿਰ ਸੱਤ ਨਹੀਂ। ਜਦੋਂ ਕੋਈ ਜਾਗ ਜਾਂਦਾ ਹੈ ਨਾ, ਉਦੋਂ ਵੈਸੇ ਹੀ ਹੁੰਦਾ ਹੈ ਜੈਸੇ ਤੁਹਾਨੂੰ ਜਾਗ ਕੇ ਹੁੰਦਾ ਹੈ। ਸੁਪਨੇ ਵੱਲ ਦੇਖ ਕੇ ਵੀ ਸੁਪਨਾ ਸੀ, ਮੈਂ ਵੀ ਭੱਜਾ ਫਿਰਦਾ ਰਿਹਾ, ਨੱਠਾ ਰਿਹਾ, ਕਮਾਉਂਦਾ ਰਿਹਾ, ਖਰਚਦਾ ਰਿਹਾ, ਕਿੰਨਾ ਔਖਾ ਰਿਹਾ। ਹੈ ਤੇ ਸੁਪਨਾ ਹੀ ਸੀ, ਹੈ ਤੇ ਕੋਈ ਵੀ ਨਹੀਂ ਇੱਥੇ ਆਪਣਾ। ਪਰ ਸੁਪਨੇ 'ਚ ਭੱਜਾ ਫਿਰਦਾ ਰਿਹਾ, ਦੁਖੀ ਹੁੰਦਾ ਰਿਹਾ। ਕਾਹਨੂੰ ਦੁਖੀ ਹੋਣਾ ਸੀ? ਹਾਸੀ ਆਉਂਦੀ ਹੈ, ਪਰ ਜਾਗ ਕੇ ਆਉਂਦੀ ਹੈ ਨਾ। ਤੇ ਜਿਹੜਾ ਸੁਪਨੇ 'ਚ ਹੀ ਹੈ, ਉਹਨੂੰ ਤਾਂ ਨਹੀਂ ਆਉਂਦੀ। ਉਹ ਜਾਗਦੇ ਦੀਆਂ ਗੱਲਾਂ ਸੁਣ ਲੈਂਦਾ। ਗੱਲਾਂ ਸੁਣ ਕੇ ਹੀ ਤੁਸੀਂ ਜਾਗ ਥੋੜ੍ਹੀ ਜਾਓਗੇ। ਨਾ ਹੀ ਪਤਾ ਲੱਗ ਜਾਵੇਗਾ ਜਾਗਰਣ ਦਾ। ਉਹ ਤੇ ਜਾਗਰਣ ਦਾ ਜਾਗ ਕੇ ਹੀ ਪਤਾ ਲੱਗੇਗਾ ਨਾ। ਤੇ ਜਿੰਨਾ ਚਿਰ ਸੁਪਨਾ ਟੁੱਟਦਾ ਨਹੀਂ ਹੈ, ਝੂਠ ਛੁੱਟਦਾ ਨਹੀਂ ਹੈ, ਉਨਾ ਚਿਰ ਸੱਤ ਦਾ ਕੁਝ ਨਹੀਂ ਪਤਾ ਲੱਗਦਾ ਹੈ। ਤੇ ਫਿਰ ਖਿਆਲ ਵਿੱਚ ਇਹ ਰੱਖਣ ਯੋਗ ਹੈ ਵੀ ਝੂਠ ਜਿਹੜਾ ਹੈ, ਇਹ ਤਾਂ ਥੋੜ੍ਹਾ ਥੋੜ੍ਹਾ ਕਰਕੇ ਛੱਡਿਆ ਜਾ ਸਕਦਾ ਹੈ। ਹੌਲੀ ਹੌਲੀ ਛੱਡੋ, ਥੋੜ੍ਹਾ ਥੋੜ੍ਹਾ ਕਰਕੇ ਛੱਡੋ। ਜਿਵੇਂ ਥੋੜ੍ਹਾ ਥੋੜ੍ਹਾ ਕਰਕੇ ਫੜਦਾ ਹੈ ਆਦਮੀ ਸੰਸਾਰ ਨੂੰ, ਸੰਸਾਰ 'ਚ ਵਿਸਥਾਰ ਕਰਦਾ ਹੈ ਆਪਣਾ, ਤਿਵੇਂ ਹੌਲੀ ਹੌਲੀ ਸੰਕੋਚ ਸਕਦਾ, ਵਾਪਸ ਫੇਰ ਛੱਡੀ ਜਾਓ ਹੌਲੀ ਹੌਲੀ। ਝੂਠ ਨੂੰ ਹੌਲੀ ਹੌਲੀ ਛੱਡਿਆ ਜਾ ਸਕਦਾ ਹੈ, ਪਰ ਸੱਤ ਜਿਹੜਾ ਉਹ ਹੌਲੀ ਹੌਲੀ ਨਹੀਂ ਪਾਇਆ ਜਾਂਦਾ। ਉਹ ਜਦੋਂ ਹੀ ਝੂਠ ਛੁੱਟ ਗਿਆ ਪੂਰਾ ਦਾ ਪੂਰਾ ਹੀ 100%, ਉਦੋਂ ਹੀ ਉਪਲਬਧ ਹੈ। ਉਹ ਤਾਂ ਹੈ ਹੀ। ਝੂਠ ਨੂੰ ਫੜਿਆ ਸੀ ਤਾਂ ਨਹੀਂ ਸੀ ਨਾ ਪਤਾ ਲੱਗਦਾ। ਝੂਠ ਵੱਲ ਧਿਆਨ ਸੀ, ਸੱਤ ਦਾ ਪਤਾ ਨਹੀਂ ਲੱਗਦਾ। ਝੂਠ ਦਾ ਚੇਤਾ ਸੀ, ਸੱਤ ਭੁੱਲਿਆ ਹੋਇਆ। ਝੂਠ ਦਾ ਹੀ ਚੇਤਾ ਹੈ ਨਾ, ਸੰਸਾਰ ਹੀ ਵਿਚਾਰਾਂ ਦੇ ਤਲ 'ਤੇ ਘੁੰਮ ਰਿਹਾ ਤੁਹਾਡੇ ਅੰਦਰ, ਸੱਤ ਭੁੱਲਿਆ ਹੋਇਆ। ਜੋ ਝੂਠ ਬਿਲਕੁਲ ਛੁੱਟ ਗਿਆ। ਤੇ ਇਹੋ ਹੀ ਇੱਧਰ ਕਿਹਾ ਜਾ ਰਿਹਾ ਹੈ। ਜ਼ਿਆਦਾਤਰ ਲੋਕ ਇਉਂ ਹੀ ਸਮਝਦੇ ਹਨ ਵੀ ਉਹ ਨਾਮ ਜਪਾਉਂਦੇ ਹੋਣਗੇ, ਸਿਮਰਨ ਕਰਾਉਂਦੇ ਹੋਣਗੇ, ਧਿਆਨ ਕਰਵਾਉਂਦੇ ਹੋਣਗੇ, ਕਿ ਪੁੱਛ ਵੀ ਲੈਂਦੇ ਹਨ। ਨਹੀਂ,
ਮੈਂ ਕਹਿੰਦਾ ਹਾਂ ਕੁਛ ਵੀ ਕਰਨ ਦੀ ਲੋੜ ਨਹੀਂ ਹੈ ਪ੍ਰਮਾਤਮਾ ਨੂੰ ਪਾਉਣ ਵਾਸਤੇ, ਸਿਰਫ ਛੱਡਣਾ ਹੈ। ਤੁਸੀਂ ਕੁਛ ਫੜ ਲਿਆ ਹੈ, ਪਕੜ ਲਿਆ ਹੈ ਗਲਤ, ਪਕੜ ਲਿਆ ਹੈ ਝੂਠ, ਅਸੱਤ, ਅਤੇ ਤੁਸੀਂ ਉਹਨੂੰ ਸੱਤ ਸਮਝੀ ਬੈਠੇ ਹੋ, ਪਰ ਉਹ ਸੱਤ ਹੈ ਨਹੀਂ, ਝੂਠ ਹੈ। ਉਹਨੂੰ ਛੱਡਣਾ ਹੈ ਅਤੇ ਪਹਿਲਾਂ ਹੀ ਛੱਡ ਦਿਓ ਝੂਠ ਨੂੰ। ਛੁੱਟ ਗਿਆ ਝੂਠ ਅਤੇ ਸੱਤ ਤਾਂ ਤੁਹਾਡੇ ਅੰਦਰ ਹੀ। ਅਤੇ ਮੈਂ ਕਹਿੰਦਾ ਝੂਠ ਨੂੰ ਛੱਡੋ, ਝੂਠ ਵੱਲੋਂ ਧਿਆਨ ਹਟਾਓ, ਕਿਸੇ ਢੰਗ ਨਾਲ ਹਟਾਓ। ਹਟਾਉਣਾ ਔਖਾ ਹੈ, ਬਹੁਤ ਕਠਿਨ ਹੈ, ਕਿਉਂਕਿ ਸੱਤ ਸਮਝ ਲਿਆ ਨਾ, ਆਪਣੇ ਸਮਝ ਲਏ, ਆਪਣਿਆਂ ਵੱਲੋਂ ਆਪਣੇ ਸਮਝੇ ਹੀ ਹੋਏ ਹਨ, ਉਹਨਾਂ ਵੱਲੋਂ ਧਿਆਨ ਹਟਾਉਣਾ ਔਖਾ। ਆਪਣਾ ਘਰ ਪਰਿਵਾਰ, ਬੱਚੇ, ਜਾਇਦਾਦ ਕਿਵੇਂ ਝੂਠ ਸਮਝੋਗੇ? ਬੜਾ ਕਠਿਨ ਹੈ। ਅਤੇ ਆਦਮੀ ਡਰਦਾ ਹੈ।